ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਸਰੀ ਦੀਆਂ ਸੜਕਾਂ ਤੇ ਕਿਸਾਨਾਂ ਦੇ ਲਈ ਫੇਰ ਉਤਰੇ ਟਰੈਕਟਰ, ਭਾਰਤ ਦੇ ਕਿਸਾਨਾਂ ਦੇ ਲਈ ਫੇਰ ਉੱਠੀ ਆਵਾਜ਼। ਮੈਟਰੋ ਵੈਂਕੂਵਰ ਦੇ ਲੋਕਾਂ ਨੇ ਕੋਰੋਨਾ ਖਿਲਾਫ ਵਰਤੇ ਕਈ ਮਿਲੀਅਨ ਮਾਸਕ, ਅੱਧੇ ਬਿਲੀਅਨ ਦੇ ਕਰੀਬ ਲੋਕਾਂ ਨੇ ਵਰਤੇ ਮਾਸਕ ਅਤੇ ਦਸਤਾਨੇ। ਮੈਟਰੋ ਵੈਂਕੂਵਰ ਦੇ 2 ਅਫਸਰਾਂ ਤੇ ਲੱਗੇ ਦੋਸ਼, ਅਕਤੂਬਰ 2019 ਦਾ ਹੈ ਮਾਮਲਾ। ਬਰੈਂਪਟਨ ਦੇ ਵਿੱਚ ਐਮਾਜ਼ਨ ਦਾ ਪਲਾਂਟ ਬੰਦ ਕਰਨ ਦੇ ਹੁਕਮ, ਕੰਮ ਕਰਨ ਵਾਲਿਆਂ ਨੂੰ ਕਿਹਾ ਇਕਾਂਤਵਾਸ ਕਰਨ ਦੇ ਵਾਸਤੇ। ਓਨਟਾਰੀਓ ਨੇ ਮਿਊਜ਼ਿਕ ਇੰਡਸਟਰੀ ਦੇ ਲਈ ਕੀਤਾ ਐਲਾਨ, ਮਦਦ ਦੇ ਲਈ ਦਿੱਤੇ ਜਾ ਰਹੇ $2.5 ਮਿਲੀਅਨ। ਸਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਗਈ ਹੈ। ਦੱਸੀਏ ਕਿ ਇੱਥੇ ਇੱਕ ਮੂਵਮੈਂਟ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਇਸੇ ਨੂੰ ਸਮਰਪਿਤ ਅੱਜ ਦੀ ਜੋ ਰੈਲੀ ਹੈ, ਟਰੈਕਟਰ ਰੈਲੀ ਕੱਢੀ ਗਈ, ਉਹ ਕੀਤੀ ਗਈ, ਜਿਸ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਸਾਨੀ ਮੁੱਦਾ ਚੁੱਕਿਆ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ ਜਿਹੜੇ ਕਿ ਸਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਲਈ ਆਵਾਜ਼ ਚੁੱਕਦੇ ਹੋਏ ਨਜ਼ਰ ਆਏ। ਇਸ ਮੌਕੇ ਦੇ ਉੱਪਰ ਲੋਕਾਂ ਨੂੰ ਕਿਹਾ ਗਿਆ ਸੀ ਕਿ ਖਾਸ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਜੋ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ ਇਸ ਪ੍ਰੋਟੈਸਟ ਦੇ ਵਿੱਚ, ਉਹਨਾਂ ਵੱਲੋਂ ਕੋਵਿਡ ਗਾਈਡਲਾਈਨਸ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਹਾ ਪੰਚਾਇਤਾਂ ਕਰਵਾਈਆਂ ਜਾ ਰਹੀਆਂ ਨੇ। ਇਹ ਮਹਾ ਪੰਚਾਇਤ ਹੋ ਰਹੀ ਹੈ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ। ਕੈਨੇਡਾ ਅੰਦਰ ਹਿਊਮਨ ਰਾਈਟਸ ਮੂਵਮੈਂਟ ਕਿਸਾਨਾਂ ਦੇ ਲਈ ਚਲਾਈ ਗਈ ਹੈ। ਇਸੇ ਨੂੰ ਸਪੋਰਟ ਕਰਦਿਆਂ ਸਰੀ ਦੇ ਵਿੱਚ ਟਰੈਕਟਰ, ਕਾਰ ਅਤੇ ਵਾਕ ਰੈਲੀ ਕੱਢੀ ਗਈ। ਇਸ ਦੀ ਸ਼ੁਰੂਆਤ 11:30 ਵਜੇ ਹੋਈ, ਜੋ ਕਿ 2 ਵਜੇ ਜਾ ਕੇ ਮੁਕੰਮਲ ਹੋਈ। ਇਹ ਪ੍ਰਦਰਸ਼ਨ ਬੀਅਰ ਕ੍ਰੀਕ ਤੋਂ ਸ਼ੁਰੂ ਹੋਇਆ, ਜਿਸ ਦੀ ਸਮਾਪਤੀ ਸਰੀ ਸਿਟੀ ਹਾਲ ਦੇ ਵਿੱਚ ਕੀਤੀ ਗਈ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਨਜ਼ਰ ਆਇਆ, ਜਿਨ੍ਹਾਂ ਵੱਲੋਂ ਕਿਸਾਨੀ ਨਾਅਰੇ ਕੈਨੇਡਾ ਦੀ ਧਰਤੀ ਦੇ ਉੱਪਰ ਲਗਾਏ ਗਏ। ਇਸ ਮੌਕੇ ਦੇ ਉੱਪਰ ਸਖਤ ਹਦਾਇਤਾਂ ਦਿੱਤੀਆਂ ਗਈਆਂ ਸੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਵਾਲੇ ਕੋਵਿਡ-19 ਪ੍ਰੀਕਾਸ਼ਨਸ ਦਾ ਖਿਆਲ ਰੱਖਣ, ਜਾਣੀ ਕਿ ਕੋਰੋਨਾ ਵਾਇਰਸ ਦੇ ਕਰਕੇ ਜੋ ਨਿਯਮ ਇੱਥੇ ਲਾਗੂ ਕੀਤੇ ਗਏ ਉਹਨਾਂ ਦੀ ਪਾਲਣਾ ਕੀਤੀ ਜਾਵੇ। ਦੱਸੀਏ ਕਿ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ, ਉਸ ਦੇ ਵਿੱਚ ਵੀ 200 ਜੋੜੇ ਖਾਲੀ ਰੱਖੇ ਜਾ ਰਹੇ ਨੇ। ਉਹ ਉਹਨਾਂ तमाम ਲੋਕਾਂ ਦੀ ਯਾਦ ਦਿਵਾਉਂਦੇ ਨੇ ਜਿਨ੍ਹਾਂ ਨੇ ਭਾਰਤ ਦੇ ਵਿੱਚ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਦੌਰਾਨ ਸ਼ਹੀਦੀ ਹਾਸਲ ਕੀਤੀ। ਕੈਨੇਡਾ ਦੇ ਵਿੱਚ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ, ਜਿੱਥੇ ਵੱਖ-ਵੱਖ ਟਰੈਕਟਰ, ਕਾਰ ਰੈਲੀਆਂ ਤਾਂ ਕੱਢੀਆਂ ਜਾ ਰਹੀਆਂ ਨੇ, ਉਧਰ ਪੈਦਲ ਮਾਰਚ ਵੀ ਕੀਤੇ ਜਾ ਰਹੇ ਨੇ। ਮੈਟਰੋ ਵੈਂਕੂਵਰ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਥੋਂ ਦੇ ਲੋਕਾਂ ਵੱਲੋਂ 2020 ਦੇ ਦੌਰਾਨ ਕੋਰੋਨਾ ਵਾਇਰਸ ਦੇ ਖਿਲਾਫ ਬਹੁਤ ਜ਼ਿਆਦਾ, ਜਾਣੀ ਕਿ ਅੱਧੇ ਬਿਲੀਅਨ ਦੇ ਕਰੀਬ ਮਾਸਕ ਅਤੇ ਗਲਵਜ਼ ਦੀ ਵਰਤੋਂ ਕੀਤੀ ਗਈ ਹੈ। ਰਿਪੋਰਟ ਪੇਸ਼ ਕੀਤੀ ਗਈ, ਜਿਸ ਦੇ ਵਿੱਚ ਜਾਣਕਾਰੀ ਦਿੱਤੀ ਕਿ ਲੋਕਾਂ ਵੱਲੋਂ ਸਭ ਤੋਂ ਵੱਧ ਇਸਤੇਮਾਲ ਕੋਰੋਨਾ ਵਾਇਰਸ ਦੇ ਖਿਲਾਫ ਗਲਵਜ਼ ਦਾ ਕੀਤਾ ਗਿਆ, ਉਸ ਤੋਂ ਬਾਅਦ ਮਾਸਕ ਅਤੇ ਉਸ ਤੋਂ ਬਾਅਦ ਨੰਬਰ ਵਾਈਪਸ ਦਾ ਆਉਂਦਾ ਹੈ। ਜੋ ਰਿਪੋਰਟ ਦੇ ਵਿੱਚ ਸਾਹਮਣੇ ਆਇਆ, ਦੱਸਾਂਗੇ ਇਸ ਖਬਰ ਦੇ ਵਿੱਚ। ਪਿਛਲੇ ਸਾਲ ਮੈਟਰੋ ਵੈਂਕੂਵਰ ਵਾਸੀਆਂ ਵੱਲੋਂ ਅੱਧੇ ਬਿਲੀਅਨ ਦੇ ਕਰੀਬ ਮਾਸਕ ਅਤੇ ਗਲਵਜ਼ ਦੀ ਵਰਤੋਂ ਕੀਤੀ ਗਈ। ਇੱਕ ਨਵੀਂ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇਸ ਦੇ ਵਿੱਚ ਪਤਾ ਚੱਲਿਆ ਹੈ ਕਿ ਮੈਟਰੋ ਵੈਂਕੂਵਰ ਵਾਸੀਆਂ ਵੱਲੋਂ ਕੋਵਿਡ-19 ਦੇ ਬਚਾਅ ਦੇ ਲਈ ਅੱਧੇ ਬਿਲੀਅਨ ਦੇ ਕਰੀਬ ਗਲਵਜ਼ ਅਤੇ ਮਾਸਕ ਦੀ ਵਰਤੋਂ ਕੀਤੀ ਗਈ। ਰੀਜਨ ਦੀ ਜ਼ੀਰੋ ਕਮੇਟੀ ਵੱਲੋਂ ਇਹ ਦੇਖਿਆ ਗਿਆ ਕਿ ਜਿਹੜੇ ਜ਼ਿਆਦਾ ਡਿਸਪੋਜ਼ ਹੋਏ ਹਨ ਉਹ ਗਲਵਜ਼ ਅਤੇ ਮਾਸਕ ਹਨ। ਮੈਟਰੋ ਵੈਂਕੂਵਰ ਰੈਜ਼ੀਡੈਂਟਸ ਵੱਲੋਂ 528 ਮਿਲੀਅਨ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਡਿਸਪੋਜ਼ ਕੀਤੇ ਗਏ। ਇਹ ਸਭ 2020 ਦੇ ਬਾਰੇ ਵਿੱਚ ਜਾਣਕਾਰੀ ਹੈ। ਇਸ ਦੇ ਵਿੱਚ 109 ਮਿਲੀਅਨ ਮਾਸਕ, 48 ਮਿਲੀਅਨ ਵਾਈਪਸ ਅਤੇ 371 ਮਿਲੀਅਨ ਗਲਵਜ਼ ਹਨ। 5 ਰੀਜਨਲ ਟ੍ਰਾਂਸਫਰ ਸਟੇਸ਼ਨਸ ਦੇ 3 ਹਫ਼ਤਿਆਂ ਦੇ ਵੇਸਟ ਸੈਂਪਲਿੰਗ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਦੱਸੀਏ ਕਿ ਜੇਕਰ ਮੈਟਰੋ ਵੈਂਕੂਵਰ ਦੇ ਓਵਰਆਲ ਵੇਸਟ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਸਾਲਾਂ ਦੇ ਨਾਲੋਂ ਘੱਟ ਸੀ, ਕਿਉਂਕਿ ਕੋਵਿਡ-19 ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਕਈ ਤਰ੍ਹਾਂ ਦੇ ਬਿਜ਼ਨਸ ਕਾਰੋਬਾਰ ਉਹਨਾਂ ਨੂੰ ਬੰਦ ਕੀਤਾ ਗਿਆ, ਜਿਸ ਦੇ ਚੱਲਦਿਆਂ ਜੋ ਬੇਸਡ ਕੰਪੋਜੀਸ਼ਨ ਸੀ ਉਹ ਕਾਫੀ ਜ਼ਿਆਦਾ ਘਟ ਰਹੀ।
ਪਰ ਇਸ ਦੇ ਨਾਲ ਹੀ 2020 ਦੇ ਵਿੱਚ ਦੇਖਿਆ ਗਿਆ ਕਿ ਸਭ ਤੋਂ ਜ਼ਿਆਦਾ ਵੇਸਟ ਮੈਟਰੋ ਵੈਂਕੂਵਰ ਵਾਸੀਆਂ ਦਾ ਮਾਸਕ ਗਲਵਜ਼ ਦਾ ਹੀ ਸੀ, ਜੋ ਕਿ ਕੋਵਿਡ-19 ਦੇ ਚੱਲਦਿਆਂ ਆਪਣੀ ਸੇਫਟੀ ਦੇ ਵਾਸਤੇ ਵਰਤੇ ਜਾ ਰਹੇ ਸਨ। ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਵੱਲੋਂ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ, ਉਹ ਇਸ ਕਰਕੇ ਤਾਂ ਕਿ ਕੋਵਿਡ-19 ਵਾਇਰਸ ਤੋਂ ਬਚਾਅ ਰੱਖਿਆ ਜਾਵੇ। ਮਾਮਲਾ ਮੈਟਰੋ ਵੈਂਕੂਵਰ ਤੋਂ ਸਾਹਮਣੇ ਆਇਆ, ਜਿੱਥੇ 2 ਪੁਲਿਸ ਵਾਲਿਆਂ ਦੇ ਉੱਪਰ 2 ਆਫੀਸਰਸ ਦੇ ਉੱਪਰ ਦੋਸ਼ ਲਗਾ ਦਿੱਤੇ ਗਏ। ਜੋ ਮਾਮਲਾ ਅਕਤੂਬਰ 2019 ਦੇ ਵਿੱਚ ਸਾਹਮਣੇ ਆਇਆ ਸੀ, ਉਸ ਦੇ ਚੱਲਦਿਆਂ ਹੀ ਇਹ ਫੈਸਲਾ ਸੁਣਾਇਆ ਗਿਆ। ਮੈਟਰੋ ਵੈਂਕੂਵਰ ਦੇ 2 ਆਫੀਸਰਸ ਦੇ ਉੱਪਰ ਹਮਲੇ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਦੇ ਨਾਲ ਸੰਬੰਧਿਤ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪ੍ਰੋਵਿੰਸ਼ੀਅਲ ਪ੍ਰੋਸੀਕਿਊਸ਼ਨ ਸਰਵਿਸਿਜ਼ ਨੇ ਮੈਟਰੋ ਵੈਂਕੂਵਰ ਦੇ 2 ਆਫੀਸਰਸ ਦੇ ਖਿਲਾਫ ਹਮਲੇ ਦੇ ਦੋਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ। ਇਹ ਮਾਮਲਾ ਅਕਤੂਬਰ 2019 ਦਾ ਹੈ। ਇਹ ਮਾਮਲਾ ਇੱਕ ਚੋਰੀ ਹੋਏ ਵਾਹਨ ਦੀ ਜਾਂਚ ਦੇ ਨਾਲ ਸੰਬੰਧਿਤ ਹੈ। ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਸਰੀ RCMP ਦੀ ਆਟੋ ਕ੍ਰਾਈਮਸ ਟਾਰਗੇਟ ਟੀਮ ਨੇ ਇੱਕ ਵਿਅਕਤੀ ਨੂੰ ਚੋਰੀ ਕੀਤੇ ਵਾਹਨ ਵਹੀਕਲ ਦੇ ਵਿੱਚ ਜਾਂਦੇ ਹੋਏ ਦੇਖਿਆ। ਇਸ ਵਹੀਕਲ ਨੂੰ ਰੋਕਿਆ ਗਿਆ ਅਤੇ ਚਲਾਉਣ ਵਾਲੇ ਨੂੰ ਰਿਚਮੰਡ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਪਰ ਕਥਿਤ ਤੌਰ ਦੇ ਉੱਪਰ ਗ੍ਰਿਫਤਾਰੀ ਦੇ ਦੌਰਾਨ ਚਲਾਉਣ ਵਾਲੇ ਤੇ ਹਮਲਾ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸਰੀ ਡਿਟੈਚਮੈਂਟ ਦੇ ਕਾਂਸਟੇਬਲ ਜੌਨ ਸੋਨਸ ਅਤੇ ਰਿਚਮੰਡ RCMP ਦੇ ਕਾਂਸਟੇਬਲ ਮੈਥਿਊ ਦੇ ਉੱਪਰ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਦੇ ਵਿੱਚ ਸੋਨਸ ਨੂੰ ਤਨਖਾਹ ਤੇ ਰਹਿੰਦਿਆਂ ਸਸਪੈਂਡ ਕੀਤਾ ਗਿਆ ਹੈ। RCMP ਵੱਲੋਂ ਟਵਿੱਟਰ ਦੇ ਉੱਪਰ ਵੀ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੋ ਉਹਨਾਂ ਵੱਲੋਂ ਇਹ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਜਿਹੜੇ 2 ਆਫੀਸਰਸ ਹਨ, ਉਹਨਾਂ ਦੇ ਉੱਪਰ ਹੁਣ ਦੋਸ਼ ਤੈਅ ਕਰ ਦਿੱਤੇ ਗਏ। ਬ੍ਰੈਂਪਟਨ ਦੇ ਵਿੱਚ ਐਮਾਜ਼ਨ ਪਲਾਂਟ ਬੰਦ ਕਰਨ ਦੇ ਲਈ ਕਿਹਾ ਗਿਆ ਹੈ ਤੇ ਨਾਲ ਦੀ ਨਾਲ ਜਿਹੜੇ ਇੱਥੇ तमाम ਕੰਮ ਕਰਨ ਵਾਲੇ ਨੇ, ਉਹਨਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਆਪ ਨੂੰ 2 ਹਫ਼ਤਿਆਂ ਦੇ ਵਾਸਤੇ ਸੈਲਫ ਆਈਸੋਲੇਟ ਕਰ ਲੈਣ। ਦਰਅਸਲ ਇੱਥੇ ਜੋ ਕਰੋਨਾ ਵਾਇਰਸ ਦਾ ਆਊਟਬ੍ਰੇਕ ਹੋਇਆ, ਕਈ ਜ਼ਿਆਦਾ ਮਾਮਲੇ ਇੱਥੇ ਕਰੋਨਾ ਵਾਇਰਸ ਦੇ ਸਾਹਮਣੇ ਆ ਰਹੇ ਨੇ। ਇਸ ਦੇ ਚੱਲਦਿਆਂ ਫੈਸਲਾ ਕੀਤਾ ਗਿਆ। ਬ੍ਰੈਂਪਟਨ ਦੇ ਜੇਕਰ ਇਸ ਐਮਾਜ਼ਨ ਪਲਾਂਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਹੁਣ ਵਿਚਾਰ ਕੀਤਾ ਜਾ ਰਿਹਾ ਹੈ ਕਿ ਕੰਮ ਕਰਨ ਵਾਲੇ ਜਦੋਂ ਕੁਆਰੰਟੀਨ ਦੇ ਉੱਪਰ ਜਾਣਗੇ ਤਾਂ ਵੀ ਉਹਨਾਂ ਨੂੰ ਪੇ ਜਾਣੀ ਕਿ ਉਹਨਾਂ ਦੀ ਸੈਲਰੀ ਦਿੱਤੀ ਜਾਵੇ। ਹੈਲਥ ਆਫੀਸ਼ੀਅਲਸ ਦੇ ਵੱਲੋਂ ਬ੍ਰੈਂਪਟਨ ਦੇ ਐਮਾਜ਼ਨ ਸਾਈਟ ਨੂੰ ਬੰਦ ਕਰਨ ਦੇ ਲਈ ਕਿਹਾ ਗਿਆ। ਉਹਨਾਂ ਸਾਰੇ EMPLOYEES ਨੂੰ ਸੈਲਫ ਆਈਸੋਲੇਟ ਹੋਣ ਵਾਸਤੇ ਕਿਹਾ ਹੈ। ਇੱਥੇ ਕੋਵਿਡ-19 ਆਊਟਬ੍ਰੇਕ ਹੋਇਆ, ਜਿਸ ਦੇ ਕਾਰਨ ਇੱਥੇ ਕੰਮ ਕਰਨ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਉਹ ਅਗਲੇ 2 ਹਫ਼ਤਿਆਂ ਦੇ ਲਈ ਖੁਦ ਨੂੰ ਇਕਾਂਤਵਾਸ ਕਰ ਲੈਣ। ਪੀਲ ਰੀਜਨ ਦੇ ਮੈਡੀਕਲ ਆਫੀਸਰ ਨੇ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਅਕਤੂਬਰ ਮਹੀਨੇ ਤੋਂ ਹੀ ਇੱਥੇ ਦੇ 1000 ਦੇ ਕਰੀਬ EMPLOYEES ਕੋਵਿਡ-19 ਪੋਜ਼ਿਟਿਵ ਪਾਏ ਜਾ ਚੁੱਕੇ ਹਨ। ਪਿਛਲੇ ਕੁਝ ਹਫ਼ਤਿਆਂ ਦੌਰਾਨ 240 ਆਇਡੈਂਟੀਫਾਈ ਹੋਏ ਹਨ। ਆਫੀਸ਼ੀਅਲਸ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ EMPLOYEES ਦੀ ਜਾਣੀ ਕਿ ਕੰਮ ਕਰਨ ਵਾਲਿਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਇਸ ਤੋਂ ਉੱਪਰ ਉਹਨਾਂ ਦੇ ਵਾਸਤੇ ਕੁਝ ਵੀ ਨਹੀਂ। ਐਮਾਜ਼ਨ ਸਾਈਟ ਨੂੰ ਬੰਦ ਕਰਨ ਦੇ ਨਾਲ ਕੁਝ ਸਮਾਂ ਕਸਟਮਰਸ ਦੇ ਉੱਪਰ ਪ੍ਰਭਾਵ ਪਵੇਗਾ, ਪਰ ਹੌਲੀ-ਹੌਲੀ ਸਭ ਕੁਝ ਵਾਪਸ ਪਹਿਲਾਂ ਵਾਂਗ ਹੋ ਜਾਵੇਗਾ। ਦੱਸ ਦਈਏ ਕਿ ਬ੍ਰੈਂਪਟਨ ਦੇ ਵਿੱਚ ਐਮਾਜ਼ਨ ਵੱਲੋਂ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਪਿਛਲੇ 3 ਹਫ਼ਤਿਆਂ ਤੋਂ ਇੱਥੇ EMPLOYEES ਦੇ ਲਗਾਤਾਰ ਟੈਸਟ ਕੀਤੇ ਜਾ ਰਹੇ ਨੇ। EMPLOYEES ਨੂੰ ਸੈਲਫ ਆਈਸੋਲੇਸ਼ਨ ਦੇ ਵਾਸਤੇ 14 ਦਿਨਾਂ ਦੀ ਸਿਕ ਪੇ ਵੀ ਦਿੱਤੀ ਜਾ ਰਹੀ ਹੈ। ਇੱਥੇ ਕੋਵਿਡ-19 ਸੇਫਟੀ ਵਾਸਤੇ $17 ਮਿਲੀਅਨ ਇਨਵੈਸਟ ਕੀਤੇ ਜਾ ਰਹੇ ਹਨ। ਕੰਪਨੀ ਵੱਲੋਂ ਇਸ ਦੇ ਉੱਪਰ ਵਿਚਾਰ ਕੀਤੀ ਜਾ ਰਹੀ ਹੈ ਕਿ ਜਿਹੜੇ EMPLOYEES ਕੁਆਰੰਟੀਨ ਕਰਨਗੇ, ਉਹਨਾਂ ਨੂੰ ਪੇ ਦਿੱਤੀ ਜਾਵੇ। ਕੋਵਿਡ-19 ਦਾ ਅਸਰ ਵੱਖ-ਵੱਖ ਚੀਜ਼ਾਂ ਦੇ ਉੱਪਰ ਪਿਆ। ਓਨਟਾਰੀਓ ਵੱਲੋਂ ਇਸੇ ਦੇ ਚੱਲਦਿਆਂ ਜੋ ਮਿਊਜ਼ਿਕ ਇੰਡਸਟਰੀ ਪ੍ਰਭਾਵਿਤ ਹੋਈ ਹੈ, ਉਹਨਾਂ ਦੇ ਵਾਸਤੇ ਐਲਾਨ ਕੀਤਾ ਹੈ। ਲਾਈਵ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਜਿਹੜੇ तमाम ਮਿਊਜ਼ੀਸ਼ੀਅਨ ਹਨ, ਉਹਨਾਂ ਦੀ ਮਦਦ ਦੇ ਵਾਸਤੇ, ਉਹਨਾਂ ਨੂੰ ਰਾਹਤ ਦੇਣ ਦੇ ਵਾਸਤੇ ਐਲਾਨ ਕੀਤਾ ਗਿਆ ਹੈ। $2.5 ਮਿਲੀਅਨ ਦਾ ਇਹ ਰਾਹਤ ਉਹਨਾਂ ਨੂੰ ਦਿੱਤੀ ਜਾਵੇਗੀ ਤਾਂ ਕਿ ਜੋ ਕਰੋਨਾ ਵਾਇਰਸ ਦੇ ਚੱਲਦਿਆਂ ਉਹਨਾਂ ਦੇ ਕਈ ਲਾਈਵ ਕੰਸਰਟ ਉਹਨਾਂ ਦੇ ਉੱਪਰ ਅਸਰ ਪਿਆ ਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਉੱਪਰ ਅਸਰ ਪਿਆ, ਉਸ ਤੋਂ ਉਹ ਬਾਹਰ ਆ ਸਕਣ, ਉਸ ਤੋਂ ਉਹ ਉੱਭਰ ਸਕਣ। ਓਨਟਾਰੀਓ ਵੱਲੋਂ ਲਾਈਵ ਮਿਊਜ਼ਿਕ ਇੰਡਸਟਰੀ ਦੀ ਮਦਦ ਦੇ ਵਾਸਤੇ ਐਲਾਨ ਕੀਤਾ ਗਿਆ। ਉਹਨਾਂ ਨੇ ਐਲਾਨ ਕੀਤਾ ਹੈ ਕਿ $2.5 ਮਿਲੀਅਨ ਦਿੱਤਾ ਜਾਵੇਗਾ। ਇਸ ਦੇ ਨਾਲ ਉਹਨਾਂ ਵੱਲੋਂ ਮਿਊਜ਼ੀਸ਼ੀਅਨਸ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਦੇ ਉੱਪਰ ਕੋਵਿਡ-19 ਦੇ ਕਰਕੇ ਅਸਰ ਪਿਆ ਹੈ। ਫੰਡਿੰਗ ਦੇ ਵਿੱਚੋਂ $2 ਮਿਲੀਅਨ ਯੂਨੀਅਨ ਬੈਨੇਵੋਲਟ ਫੰਡ ਦੇ ਲਈ ਜਾਵੇਗਾ। ਕੋਵਿਡ-19 ਦੇ ਚੱਲਦਿਆਂ ਪਿਛਲੇ 1 ਸਾਲ ਦੌਰਾਨ ਬਹੁਤ ਸਾਰੇ ਲਾਈਵ ਕੰਸਰਟ ਰੱਦ ਹੋ ਗਏ। ਚੈਰਿਟੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਦਾ ਕਹਿਣਾ ਹੈ ਕਿ ਇਸ ਸਮੇਂ ਉਹ ਕਾਫੀ ਬੁਰੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਨ। ਇਸ ਕੋਰੋਨਾ ਵਾਇਰਸ ਦਾ ਕਈ ਜ਼ਿੰਦਗੀਆਂ ਦੇ ਉੱਪਰ ਪ੍ਰਭਾਵ ਪਿਆ ਹੈ। ਕਈਆਂ ਦੇ ਵਾਸਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਵੀ ਕਾਫੀ ਜ਼ਿਆਦਾ ਔਖਾ ਹੋ ਗਿਆ ਹੈ। ਜਿਹੜੇ ਵੀ ਇਸ ਵਾਸਤੇ ਐਪਲੀਕੈਂਟ ਹਨ, ਜਾਣੀ ਕਿ ਜਿਹੜੇ ਇਸ ਫੰਡ ਦੇ ਵਾਸਤੇ ਐਪਲੀਕੈਂਟ ਨੇ,
ਉਹਨਾਂ ਦੀ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾਵੇਗੀ। ਹਜ਼ਾਰਾਂ ਹੀ ਮਿਊਜ਼ੀਸ਼ੀਅਨ ਮਦਦ ਦੀ ਭਾਲ ਕਰ ਰਹੇ ਹਨ। ਕੈਨੇਡਾ ਦੀ ਲਾਈਵ ਮਿਊਜ਼ਿਕ ਐਸੋਸੀਏਸ਼ਨ ਨੂੰ ਹੋਰ $5 ਲੱਖ ਦਿੱਤੇ ਜਾਣਗੇ ਤਾਂ ਕਿ ਲੋਕਲ ਮਿਊਜ਼ਿਕ ਦੇ ਵਾਸਤੇ ਉਹਨਾਂ ਵੱਲੋਂ ਰੋਡ ਮੈਪ ਤਿਆਰ ਕੀਤਾ ਜਾਵੇ। ਫੰਡਿੰਗ ਦਾ ਐਲਾਨ ਕਰਦਿਆਂ ਐਮਪੀਪੀ ਨੇ ਕਿਹਾ ਹੈ ਕਿ ਉਹਨਾਂ ਦਾ ਇਸ ਸਮੇਂ ਮਕਸਦ ਹੈ ਕਿ ਜਿਨ੍ਹਾਂ ਲੋਕਾਂ ਦੇ ਉੱਪਰ ਜਾਂ ਫਿਰ ਜਿਹੜੇ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਉੱਪਰ ਕੋਵਿਡ-19 ਦਾ ਅਸਰ ਪਿਆ, ਉਹਨਾਂ ਦੀ ਮੁਸ਼ਕਲਾਂ ਦਾ ਹਰ ਤਰੀਕੇ ਦੇ ਨਾਲ ਹੱਲ ਕੱਢਿਆ ਜਾਵੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਵੇਂ ਵੈਕਸੀਨੇਸ਼ਨ ਪਲਾਨ ਦੇ ਤਹਿਤ 90 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਨਾਲ ਦੀ ਨਾਲ ਜਿਹੜਾ ਇੰਡੀਜੀਅਸ ਗਰੁੱਪ ਹੈ, ਜਿਨ੍ਹਾਂ ਦੀ ਉਮਰ 65 ਸਾਲ ਤੇ ਇਸ ਤੋਂ ਵੱਧ ਹੈ, ਉਹਨਾਂ ਨੂੰ ਵੀ ਕੋਵਿਡ ਸ਼ਾਟਸ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਜੋ ਫੇਜ਼ 2 ਇਸ ਸਮੇਂ ਚੱਲ ਰਿਹਾ ਹੈ ਇੱਥੇ ਪ੍ਰੋਵਿੰਸ ਦੇ ਵਿੱਚ, ਉਸ ਦੇ ਤਹਿਤ ਜੋ ਉਹਨਾਂ ਵੱਲੋਂ ਟੀਚਾ ਰੱਖਿਆ ਗਿਆ ਹੈ ਇੰਡੀਜੀਅਸ ਲੋਕਾਂ ਨੂੰ ਕਵਰ ਕਰਨ ਦਾ, ਉਹਨਾਂ ਨੂੰ ਕੋਵਿਡ ਸ਼ਾਟਸ ਲਗਾ ਦਿੱਤੇ ਜਾਣਗੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਵੇਂ ਵੈਕਸੀਨੇਸ਼ਨ ਪਲਾਨ ਦੀ ਸ਼ੁਰੂਆਤ ਹੋ ਗਈ ਹੈ, ਜਿਸ ਦੇ ਅਧੀਨ 90 ਸਾਲ ਅਤੇ ਇਸ ਤੋਂ ਵੱਧ, ਇਸ ਦੇ ਨਾਲ ਹੀ ਇੰਡੀਜੀਅਸ ਗਰੁੱਪ ਜਿਨ੍ਹਾਂ ਦੀ ਉਮਰ 65 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਉਹਨਾਂ ਨੂੰ ਕੋਵਿਡ-19 ਵੈਕਸੀਨ ਸ਼ਾਟਸ ਲਗਾਏ ਜਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਫਰਸਟ ਨੇਸ਼ਨਸ ਹੈਲਥ ਅਥਾਰਟੀ ਨੂੰ ਉਮੀਦ ਹੈ ਕਿ ਵੈਕਸੀਨੇਸ਼ਨ ਦੇ ਇਸ ਫੇਜ਼ 2 ਦੇ ਤਹਿਤ ਇੰਡੀਜੀਅਸ ਗਰੁੱਪ ਨੂੰ ਕਵਰ ਕੀਤਾ ਜਾ ਸਕੇਗਾ। ਬ੍ਰਿਟਿਸ਼ ਕੋਲੰਬੀਆ ਦੇ ਫੇਜ਼ 2 ਵੈਕਸੀਨੇਸ਼ਨ ਪਲਾਨ ਦੇ ਤਹਿਤ 65 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਇੰਡੀਜੀਅਸ ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਹਨ। ਅਪ੍ਰੈਲ 12 ਨੂੰ ਫੇਜ਼ 2 ਖਤਮ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1 ਲੱਖ ਦੇ ਕਰੀਬ ਲੋਕ ਇੰਡੀਜੀਅਸ ਗਰੁੱਪ ਦੇ ਵਿੱਚ ਆਇਡੈਂਟੀਫਾਈ ਕੀਤੇ ਗਏ ਹਨ। ਦੱਸ ਦਈਏ ਕਿ ਜੋ ਫੇਜ਼ 2 ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਹੈ, ਇਸ ਦੇ ਵਾਸਤੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਜਦੋਂ ਪ੍ਰੋਵਿੰਸ ਨੇ ਐਲਾਨ ਕੀਤਾ ਕਿ 90 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਅਤੇ ਇੰਡੀਜੀਅਸ ਲੋਕਾਂ ਦੇ ਵਾਸਤੇ ਕੋਵਿਡ-19 ਵੈਕਸੀਨੇਸ਼ਨ ਅਪਾਇੰਟਮੈਂਟ ਖੋਲ੍ਹ ਦਿੱਤੀਆਂ ਗਈਆਂ ਨੇ, ਪਹਿਲੇ ਹੀ ਦਿਨ ਕਈ ਕਾਲਸ ਰਿਸੀਵ ਹੋਈਆਂ। ਬਹੁਤ ਜ਼ਿਆਦਾ ਲੋਕਾਂ ਵੱਲੋਂ ਪਹਿਲੇ ਹੀ ਦਿਨ ਆਪਣੀ ਅਪਾਇੰਟਮੈਂਟ ਬੁੱਕ ਕਰਵਾਈ ਗਈ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਅਤੇ ਟੈਰੀਟਰੀਜ਼ ਦੇ ਵਾਂਗ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਹੀ ਟੀਚਾ ਰੱਖਿਆ ਗਿਆ ਹੈ ਕਿ ਜਲਦ ਤੋਂ ਜਲਦ ਇੱਥੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੋਵਿਡ ਵੈਕਸੀਨ ਸ਼ਾਟਸ ਲਗਾਏ ਜਾਣ ਤਾਂ ਕਿ ਜਿਹੜੇ ਕਰੋਨਾ ਦੇ ਹਾਲਾਤ ਨੇ ਉਹਨਾਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ ਅਤੇ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ। ਅਮਰੀਕਾ ਦੇ ਵਿੱਚ ਕੋਵਿਡ-19 ਦਾ ਸਭ ਤੋਂ ਵੱਧ ਪ੍ਰਭਾਵ ਪਿਆ। ਕਰੋਨਾ ਵਾਇਰਸ ਦੇ ਚੱਲਦਿਆਂ ਵੱਖ-ਵੱਖ ਸੂਬਿਆਂ ਦੇ ਵਿੱਚ ਪਾਬੰਦੀਆਂ ਲਗਾਈਆਂ ਗਈਆਂ। ਓਕਲਾਹੋਮਾ ਦੀ ਜੇਕਰ ਗੱਲ ਕਰੀਏ ਤਾਂ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਰਿਸਟ੍ਰਿਕਸ਼ਨਸ ਕਰੋਨਾ ਦੇ ਚੱਲਦਿਆਂ ਲਗਾਈਆਂ ਗਈਆਂ ਸੀ, ਉਸ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਜਾਣੀ ਕਿ ਇਹਨਾਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਹੁਣ ਸਰਕਾਰੀ ਬਿਲਡਿੰਗਸ ਦੇ ਵਿੱਚ ਮਾਸਕ ਪਾਉਣ ਤੋਂ ਵੀ ਰਾਹਤ ਦਿੱਤੀ ਜਾਵੇਗੀ। ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਕਈ ਪਾਬੰਦੀਆਂ ਲਗਾਈਆਂ ਗਈਆਂ, ਪਰ ਹੁਣ ਜਿਸ ਤਰ੍ਹਾਂ ਲੋਕਾਂ ਨੂੰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ, ਉਸੇ ਤਰ੍ਹਾਂ ਪਾਬੰਦੀਆਂ ਦੇ ਵਿੱਚ ਵੀ ਹੌਲੀ-ਹੌਲੀ ਕਰਕੇ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕਾ ਦੇ ਓਕਲਾਹੋਮਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਜੋ ਕੋਵਿਡ-19 ਦੇ ਚੱਲਦਿਆਂ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਦੇ ਵਿੱਚ ਰਾਹਤ ਦਿੱਤੀ ਗਈ। ਇੱਥੋਂ ਦੇ ਗਵਰਨਰ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ ਸੀ ਜਾਂ ਫਿਰ ਜਿਹੜੀਆਂ ਸਖਤੀਆਂ ਕੀਤੀਆਂ ਗਈਆਂ ਸੀ, ਉਹਨਾਂ ਨੂੰ ਵਾਪਸ ਲਿਆ ਜਾ ਰਿਹਾ ਹੈ। ਹੁਣ ਓਕਲਾਹੋਮਾ ਦੇ ਵਿੱਚ ਕੋਈ ਵੀ ਸੂਬਾ ਪੱਧਰ ਦੀ ਪਾਬੰਦੀ ਨਹੀਂ ਹੋਵੇਗੀ। ਗਵਰਨਮੈਂਟ ਬਿਲਡਿੰਗਸ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਮਾਸਕ ਪਾਉਣ ਦੀ ਲੋੜ ਤੋਂ ਵੀ ਛੋਟ ਦਿੱਤੀ ਜਾਵੇਗੀ। ਓਕਲਾਹੋਮਾ ਦੇ ਲੋਕ ਹਾਲਾਤ ਦੇ ਮੁਤਾਬਕ ਟੀਕੇ ਜਾਨੀ ਕਿ ਵੈਕਸੀਨ ਲਗਵਾ ਸਕਣਗੇ ਅਤੇ ਮਾਸਕ ਪਾ ਸਕਣਗੇ। ਦੱਸ ਦਈਏ ਕਿ ਇੱਥੇ ਦੀ ਜੋ 40 ਲੱਖ ਦੀ ਪੋਪੂਲੇਸ਼ਨ ਹੈ, ਉਸ ਦੇ ਵਿੱਚੋਂ 4 ਲੱਖ ਲੋਕ ਕੋਵਿਡ-19 ਵੈਕਸੀਨ ਸ਼ਾਟ ਲਗਵਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਕੋਵਿਡ-19 ਦਾ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲਿਆ। ਜੋ ਬਾਈਡਨ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ, ਇਹ ਪ੍ਰਣ ਲਿਆ ਗਿਆ ਕਿ ਹੁਣ ਇੱਥੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕੀਤਾ ਜਾਵੇਗਾ। ਇਸੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਮੇਰੇ ਕਾਰਜਕਾਲ ਦੇ ਪਹਿਲੇ 100 ਦਿਨ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਅਤੇ ਹੋਰ ਵੀ ਨਿਯਮਾਂ ਦਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ। ਓਕਲਾਹੋਮਾ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ, ਉਸ ਦੇ ਵਿੱਚ ਰਾਹਤ ਦਿੱਤੀ ਹੈ ਲੋਕਾਂ ਨੂੰ। ਹੁਣ ਪਾਬੰਦੀਆਂ 'ਚ ਰਾਹਤ ਦੇਣ ਤੋਂ ਬਾਅਦ ਜ਼ਿੰਦਗੀ ਆਮ ਵਾਂਗ ਇੱਥੇ ਹੋਵੇਗੀ। ਮੈਨੀਟੋਬਾ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 299 ਇਨਵੀਟੇਸ਼ਨ ਸੱਦੇ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ 2021 ਦੇ ਦੌਰਾਨ ਇਹ 5ਵਾਂ ਡਰਾਅ ਮੈਨੀਟੋਬਾ ਵੱਲੋਂ ਐਲਾਨ ਕੀਤਾ ਗਿਆ ਹੈ। ਮੈਨੀਟੋਬਾ ਵੱਲੋਂ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਤਹਿਤ 299 ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦਾ ਐਲਾਨ ਮਾਰਚ 11 ਨੂੰ ਕੀਤਾ ਗਿਆ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵੱਲੋਂ 2021 ਦਾ ਇਹ 5ਵਾਂ ਡਰਾਅ ਐਲਾਨ ਕੀਤਾ ਗਿਆ। ਸਕਿਲਡ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਲੈਟਰ ਆਫ ਐਡਵਾਈਸ ਟੂ ਅਪਲਾਈ ਦਿੱਤੇ ਗਏ। ਸਕਿਲਡ ਵਰਕਰਸ ਇਨ ਮੈਨੀਟੋਬਾ ਦੇ ਅਧੀਨ 261 ਇਨਵੀਟੇਸ਼ਨ ਜਾਰੀ ਕੀਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 459 ਸਕੋਰਸ ਦੀ ਜ਼ਰੂਰਤ ਸੀ।
ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਅਧੀਨ 3 ਇਨਵੀਟੇਸ਼ਨ ਦਿੱਤੇ ਗਏ, ਜਿਸ ਵਾਸਤੇ 728 ਸਕੋਰਸ ਦੀ ਜ਼ਰੂਰਤ ਸੀ। ਸਕਿਲਡ ਵਰਕਰਸ ਓਵਰਸੀ ਦੇ ਅਧੀਨ 35 ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਡਰਾਅ ਦੇ ਵਿੱਚ 35 LLA ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਦਿੱਤੇ ਗਏ। ਦੱਸ ਦਈਏ ਕਿ ਜੇਕਰ ਤੁਸੀਂ ਮੈਨੀਟੋਬਾ ਦੀ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਤੋਂ ਫਾਇਦਾ ਚਾਹੁੰਦੇ ਹੋ ਤਾਂ ਤੁਹਾਨੂੰ MPNP ਅਧੀਨ ਐਕਸਪ੍ਰੈਸ਼ਨ ਇੰਟਰਸਟ ਰਜਿਸਟਰ ਕਰਨਾ ਪਵੇਗਾ। ਮੈਨੀਟੋਬਾ ਵੱਲੋਂ 1000 ਪੁਆਇੰਟਸ ਦੇ ਵਿੱਚੋਂ ਕੈਂਡੀਡੇਟਸ ਨੂੰ ਰੈਂਕ ਕੀਤਾ ਜਾਂਦਾ ਹੈ। ਹਿਊਮਨ ਕੈਪੀਟਲ ਦੇ ਆਧਾਰ ਦੇ ਉੱਪਰ ਤੁਹਾਨੂੰ ਅੰਕ ਦਿੱਤੇ ਜਾਂਦੇ ਹਨ। ਦੱਸੀਏ ਕਿ ਕੈਨੇਡਾ ਦੇ ਵੱਲੋਂ 2021 ਤੋਂ ਲੈ ਕੇ 2023 ਦਾ ਇਮੀਗ੍ਰੇਸ਼ਨ ਲੈਵਲਸ ਪਲਾਨ ਜੋ ਰੱਖਿਆ ਗਿਆ, ਉਸ ਦੇ ਤਹਿਤ ਟੀਚਾ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇ। ਇਸ ਦੇ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਜ਼ਿਆਦਾ ਤੋਂ ਜ਼ਿਆਦਾ PNP ਡਰਾਅ ਅਤੇ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾਣਗੇ, ਜਿਸ ਦੇ ਅਧੀਨ ਜ਼ਿਆਦਾ ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾਣਗੇ ਤਾਂ ਕਿ ਕੈਨੇਡਾ ਵੱਲੋਂ ਆਪਣਾ ਇਮੀਗ੍ਰੇਸ਼ਨ ਦਾ ਜੋ ਟੀਚਾ ਮਿੱਥਿਆ ਗਿਆ ਉਸ ਨੂੰ ਪੂਰਾ ਕੀਤਾ ਜਾ ਸਕੇ। ਕੈਨੇਡਾ ਦੇ ਵਿੱਚ ਹੁਣ ਤੱਕ 9 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਖਬਰ 'ਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਪ੍ਰੋਵਿੰਸ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੇਸਿਸ ਓਵਰਵਿਊ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1400 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 11 ਮੌਤਾਂ ਇਸ ਵਾਇਰਸ ਦੇ ਕਰਕੇ ਇੱਥੇ ਰਿਕਾਰਡ ਕੀਤੀਆਂ ਗਈਆਂ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,16,359 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਟੋਰਾਂਟੋ ਤੋਂ 381, ਪੀਲ ਰੀਜਨ ਤੋਂ 226, ਯਾਰਕ ਰੀਜਨ ਤੋਂ 168 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਹੈਲਥ ਮਿਨਿਸਟਰ ਵੱਲੋਂ ਸਾਂਝੀ ਕੀਤੀ ਗਈ। ਓਨਟਾਰੀਓ ਦੇ ਵਿੱਚ ਹੁਣ ਤੱਕ ਦੇ 2,97,403 ਦੇ ਕਰੀਬ ਰਿਕਵਰਡ ਕੇਸ ਹਨ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਕੁੱਲ ਅੰਕੜਾ 7,138 ਦੇ ਕਰੀਬ ਪਹੁੰਚ ਗਿਆ ਹੈ। ਦੱਸ ਦਈਏ ਕਿ ਪ੍ਰੋਵਿੰਸ ਦੇ ਵਿੱਚ 1024 UK ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਹਨ ਅਤੇ ਇਸ ਦੇ ਨਾਲ ਹੀ 43 ਮਾਮਲੇ ਸਾਊਥ ਅਫਰੀਕਾ ਵੇਰੀਐਂਟ ਦੇ ਨਾਲ ਸੰਬੰਧਿਤ ਹਨ। ਹੁਣ ਤੱਕ ਪ੍ਰੋਵਿੰਸ ਦੇ ਵਿੱਚ ਬ੍ਰਾਜ਼ੀਲ ਦੇ ਨਾਲ ਸੰਬੰਧਿਤ 34 ਮਾਮਲੇ ਵੀ ਸਾਹਮਣੇ ਆਏ ਨੇ। ਇਸ ਸਮੇਂ ਹਸਪਤਾਲ ਦੇ ਵਿੱਚ 699 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 275 ਇੰਟੈਂਸਿਵ ਕੇਅਰ ਅਧੀਨ ਨੇ, 175 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਦੇ ਵਿੱਚ 26 ਮਾਰਚ ਤੋਂ ਜਿਮ ਅਤੇ ਸਪਾ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਕਿਊਬੈਕ ਦੇ ਵਿੱਚ 799 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ। ਇਸ ਦੇ ਨਾਲ ਹੀ 11 ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਤੱਕ 2,96,918 ਦੇ ਕਰੀਬ ਇੱਥੇ ਕਨਫਰਮਡ ਕੇਸ ਨੇ ਅਤੇ 10,535 ਲੋਕਾਂ ਦੀ ਹੁਣ ਤੱਕ ਇਸ ਵਾਇਰਸ ਦੇ ਕਰਕੇ ਜਾਨ ਚਲੀ ਗਈ। ਹਸਪਤਾਲ ਦੇ ਵਿੱਚ 551 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 106 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟਿਆਂ ਦੌਰਾਨ 31,527 ਡੋਜ਼ਸ ਵੈਕਸੀਨ ਦੀਆਂ ਦਿੱਤੀਆਂ ਗਈਆਂ। ਮੈਨੀਟੋਬਾ ਤੋਂ ਕੋਰੋਨਾ ਵਾਇਰਸ ਦੇ 94 ਮਾਮਲੇ ਸਾਹਮਣੇ ਆਏ ਅਤੇ 4 ਮੌਤਾਂ ਰਿਕਾਰਡ ਕੀਤੀਆਂ ਗਈਆਂ। ਕੈਨੇਡਾ ਦੇ ਵਿੱਚ ਹੁਣ ਤੱਕ 9 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 9,06,000 ਦੇ ਕਰੀਬ ਕੋਵਿਡ ਮਰੀਜ਼ ਸਾਹਮਣੇ ਆ ਚੁੱਕੇ ਨੇ। 22,424 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਰਕੇ ਹੁਣ ਤੱਕ ਇੱਥੇ ਜਾ ਚੁੱਕੀਆਂ ਨੇ। 8,52,000 ਦੇ ਕਰੀਬ ਇੱਥੇ ਰਿਕਵਰਡ ਕੇਸ ਨੇ, ਜਾਣੀ ਕਿ ਜਿਨ੍ਹਾਂ ਵੱਲੋਂ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ। H1B ਵੀਜ਼ਾ ਦੇ ਨਾਲ ਸੰਬੰਧਿਤ ਨਵੀਂ ਅਪਡੇਟ ਸਾਹਮਣੇ ਆਈ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਬਾਈਡਨ ਪ੍ਰਸ਼ਾਸਨ ਇੱਕ ਵਾਰ ਫਿਰ ਤੋਂ ਇਸ ਦੇ ਉੱਪਰ ਵਿਚਾਰ ਕਰੇਗਾ। ਟਰੰਪ ਪ੍ਰਸ਼ਾਸਨ ਵੱਲੋਂ H1B ਵੀਜ਼ਾ ਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਇਸ ਦੇ ਨਾਲ ਸੰਬੰਧਿਤ ਸਮੇਂ-ਸਮੇਂ ਦੇ ਉੱਪਰ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਫੈਸਲਾ ਦੁਬਾਰਾ ਤੋਂ ਲਿਆ ਜਾਵੇਗਾ ਬਾਈਡਨ ਪ੍ਰਸ਼ਾਸਨ ਵੱਲੋਂ, ਇਸ ਦੇ ਨਾਲ IT ਪ੍ਰੋਫੈਸ਼ਨਲਸ ਨੂੰ ਜਿਹੜੇ ਭਾਰਤ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਫਾਇਦਾ ਹੋਵੇਗਾ। ਜੋ ਬਾਈਡਨ ਪ੍ਰਸ਼ਾਸਨ ਵੱਲੋਂ H1B ਵੀਜ਼ਾ ਦੇ ਨਾਲ ਸੰਬੰਧਿਤ ਇੱਕ ਵਾਰ ਫਿਰ ਤੋਂ ਵਿਚਾਰ ਕੀਤਾ ਜਾਵੇਗਾ। ਇਸ ਤੋਂ ਬਾਅਦ IT ਪ੍ਰੋਫੈਸ਼ਨਲਸ ਨੂੰ ਰਾਹਤ ਦੀ ਉਮੀਦ ਹੈ। ਜੀ ਹਾਂ, ਬਾਈਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੇ ਦੌਰਾਨ ਜੋ H1B ਵੀਜ਼ਾ ਵਰਕ ਵੀਜ਼ੇ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ, ਉਸ ਦੇ ਉੱਪਰ ਮੁੜ ਤੋਂ ਵਿਚਾਰ ਕੀਤੀ ਜਾਵੇਗੀ। ਹਾਲਾਂਕਿ ਇਸ ਤਰ੍ਹਾਂ ਦੇ ਵੀਜ਼ੇ ਦੇ ਨਾਲ ਜੁੜੇ ਟਰੰਪ ਦੇ 3 ਫੈਸਲਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਾਈਡਨ ਪ੍ਰਸ਼ਾਸਨ ਦੇ ਇਸ ਕਦਮ ਦੇ ਨਾਲ ਭਾਰਤੀ IT ਪ੍ਰੋਫੈਸ਼ਨਲਸ ਨੂੰ ਰਾਹਤ ਮਿਲੇਗੀ। ਬਾਈਡਨ ਪ੍ਰਸ਼ਾਸਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਜਾਰੀ 3 ਫੈਸਲਿਆਂ ਦੇ ਨਾਲ ਵਿਦੇਸ਼ੀ ਕੰਮ ਕਰਨ ਵਾਲਿਆਂ ਦੇ ਵੀਜ਼ੇ ਜਿਵੇਂ ਕਿ H1B ਦੇ ਉੱਪਰ ਦੁਬਾਰਾ ਤੋਂ ਵਿਚਾਰ ਕੀਤਾ ਜਾਵੇਗਾ, ਕਿਉਂਕਿ ਜੋ ਫੈਸਲੇ ਲਗਾਏ ਗਏ ਉਸ ਦੇ ਨਾਲ ਵਿਦੇਸ਼ੀ ਕੰਮ ਕਰਨ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ
ਕਿ ਫੋਰਨ ਵਰਕਰਸ ਦੀ ਪਟੀਸ਼ਨ ਫਾਰਮ I-129 ਦੁਬਾਰਾ ਖੁੱਲ ਸਕਦੀ ਹੈ। ਜ਼ਿਕਰਯੋਗ ਹੈ ਕਿ H-1B ਵੀਜ਼ਾ ਭਾਰਤੀ IT ਪ੍ਰੋਫੈਸ਼ਨਲਸ ਦੇ ਵਿੱਚ ਕਾਫੀ ਲੋਕਪ੍ਰਿय ਹੈ, ਜਾਣੀ ਕਿ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਪਸੰਦੀਦਾ ਹੈ। ਇਸ ਵੀਜ਼ੇ ਦੇ ਆਧਾਰ ਦੇ ਉੱਪਰ ਅਮਰੀਕੀ ਕੰਪਨੀਆਂ ਵੱਲੋਂ ਫੋਰਨ ਵਰਕਰਸ ਨੂੰ ਰੋਜ਼ਗਾਰ ਦਿੱਤਾ ਜਾਂਦਾ ਹੈ। ਹਰ ਸਾਲ ਵੱਖ-ਵੱਖ ਕੈਟੇਗਰੀਜ਼ ਦੇ ਅਧੀਨ 85 ਲੱਖ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਜਾਂਦੇ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਸਰੀ ਦੀਆਂ ਸੜਕਾਂ ਤੇ ਕਿਸਾਨਾਂ ਦੇ ਲਈ ਫਿਰ ਉਤਰੇ ਟਰੈਕਟਰ, ਭਾਰਤ ਦੇ ਕਿਸਾਨਾਂ ਦੇ ਲਈ ਫਿਰ ਉੱਠੀ ਆਵਾਜ਼। ਮੈਟਰੋ ਵੈਂਕੂਵਰ ਦੇ ਲੋਕਾਂ ਨੇ ਕੋਰੋਨਾ ਖਿਲਾਫ ਵਰਤੇ ਕਈ ਮਿਲੀਅਨ ਮਾਸਕ, ਅੱਧੇ ਬਿਲੀਅਨ ਦੇ ਕਰੀਬ ਲੋਕਾਂ ਨੇ ਵਰਤੇ ਮਾਸਕ ਅਤੇ ਦਸਤਾਨੇ। ਮੈਟਰੋ ਵੈਂਕੂਵਰ ਦੇ 2 ਅਫਸਰਾਂ ਤੇ ਲੱਗੇ ਦੋਸ਼, ਅਕਤੂਬਰ 2019 ਦਾ ਹੈ ਮਾਮਲਾ। ਬਰੈਂਪਟਨ ਦੇ ਵਿੱਚ ਐਮਾਜ਼ਨ ਦਾ ਪਲਾਂਟ ਬੰਦ ਕਰਨ ਦੇ ਹੁਕਮ, ਕੰਮ ਕਰਨ ਵਾਲਿਆਂ ਨੂੰ ਕਿਹਾ ਇਕਾਂਤਵਾਸ ਕਰਨ ਦੇ ਵਾਸਤੇ। ਓਨਟਾਰੀਓ ਨੇ ਮਿਊਜ਼ਿਕ ਇੰਡਸਟਰੀ ਦੇ ਲਈ ਕੀਤਾ ਐਲਾਨ, ਮਦਦ ਦੇ ਲਈ ਦਿੱਤੇ ਜਾ ਰਹੇ $2.5 ਮਿਲੀਅਨ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।